नमस्कार, स्वागत है जी खबरों ਦੇ ਇਸ ਬੁਲੇਟਿਨ ਸਮੇਂ ਮੈਂ ਰਮਨ ਕੁਮਾਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਭਾਰਤ ਤੇ ਚੀਨ ਵਿਚਾਲੇ ਸੀਮਾ ਤੇ ਬਣੇ ਤਣਾਅ ਦਰਮਿਆਨ ਰੱਖਿਆ ਮੰਤਰਾਲੇ ਨੇ ਹਥਿਆਰਬੰਦ ਫੌਜਾਂ ਦੀ ਲੜਾਕੂ ਸਮਰੱਥਾ ਨੂੰ ਵਧਾਉਂਦਿਆਂ 38,900 ਕਰੋੜ ਰੁਪਏ ਦੀ ਲਾਗਤ ਨਾਲ ਲੜਾਕੂ ਜਹਾਜ਼, ਮਿਜ਼ਾਈਲ ਪ੍ਰਣਾਲੀ ਤੇ ਹੋਰ ਸਾਜ਼ੋ ਸਮਾਨ ਦੀ ਖਰੀਦ ਨੂੰ ਦਿੱਤੀ ਮਨਜ਼ੂਰੀ। केंद्रीय गृह मंत्री अमित शाह ने आज कोविड-19 की स्थिति की समीक्षा ਲਈ वीडियो कॉन्फ्रेंसिंग राਹੀਂ हरियाणा, उत्तर प्रदेश ਅਤੇ दिल्ली के मुख्य मंत्री ਨਾਲ ਕੀਤੀ मीटिंग। दिल्ली ਵਿੱਚ पहले प्लाज्मा बैंक ने काम करना शुरू किया। कोविड-19 ਤੋਂ ਸਿਹਤਯਾਬ ਹੋਏ ਵਿਅਕਤੀ 1031 ਅਤੇ 880000 7722 ਨੰਬਰ ਤੇ ਆਪਣਾ ਪਲਾਜ਼ਮਾ ਦਾਨ ਕਰਨ ਲਈ ਸੰਪਰਕ ਕਰ ਸਕਦੇ ਹਨ। ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਕੋਵਿਡ ਦੇ ਵੱਧਦੇ ਮਾਮਲਿਆਂ ਸੰਬੰਧੀ ਚਿੰਤਾਵਾਂ ਦਰਮਿਆਨ ਨੀਟ ਅਤੇ ਜੇਈ ਦੀਆਂ ਪ੍ਰੀਖਿਆਵਾਂ ਕਰਵਾਉਣ ਸੰਬੰਧੀ ਸਥਿਤੀ ਦੀ ਸਮੀਖਿਆ ਲਈ ਕਮੇਟੀ ਦਾ ਗਠਨ। ਕੇਂਦਰ ਨੇ ਤਬਲੀਗੀ ਜਮਾਤ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਵੱਖ-ਵੱਖ ਕੇਸਾਂ ਦੇ ਆਧਾਰ ਤੇ ਵਿਅਕਤੀਗਤ ਤੌਰ ਤੇ ਤਬਲੀਗੀਆਂ ਦੇ ਵੀਜ਼ਾ ਰੱਦ ਕਰਨ ਅਤੇ ਜਮਾਤ ਨਾਲ ਸੰਬੰਧਿਤ 2,500 ਵਿਦੇਸ਼ੀਆਂ ਨੂੰ ਬਲੈਕਲਿਸਟ ਕਰਨ ਬਾਰੇ ਹੁਕਮ ਜਾਰੀ ਕੀਤੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰ ਕਾਨੂੰਨੀ ਸਰਗਰਮੀਆਂ ਤੇ ਰੋਕ ਲਗਾਉਣ ਸੰਬੰਧੀ ਕਾਨੂੰਨ ਤਹਿਤ 9 ਵਿਅਕਤੀਆਂ ਨੂੰ ਅੱਤਵਾਦੀ ਐਲਾਨਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਤੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਵੀ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਚੁੱਕੇ ਗਏ ਕਦਮ ਕਰਾਰ ਦਿੱਤਾ। ਕੇਂਦਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ 5 ਮਹੀਨੇ ਹੋਰ ਵਧਾਉਣ ਦਾ ਲਾਭਪਾਤਰੀਆਂ ਨੇ ਕੀਤਾ ਸਵਾਗਤ। ਰੂਪਨਗਰ ਜ਼ਿਲ੍ਹੇ ਦੇ ਲਾਭਪਾਤਰੀਆਂ ਨੇ ਮੰਦੀ ਦੇ ਦੌਰ ਵਿੱਚ ਇਸ ਨੂੰ ਵੱਡਾ ਸਹਾਰਾ ਦੱਸਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਤੇ ਚੀਨ ਵਿਚਾਲੇ ਸੀਮਾ ਤੇ ਬਣੇ ਤਣਾਅ ਦਰਮਿਆਨ ਰੱਖਿਆ ਮੰਤਰਾਲੇ ਨੇ ਅੱਜ ਆਪਣੀਆਂ ਹਥਿਆਰਬੰਦ ਫੌਜਾਂ ਦੀ ਲੜਾਕੂ ਸਮਰੱਥਾ ਨੂੰ ਹੋਰ ਵਧਾਉਂਦਿਆਂ 38,900 ਕਰੋੜ ਰੁਪਏ ਦੀ ਲਾਗਤ ਨਾਲ ਲੜਾਕੂ ਜਹਾਜ਼, ਮਿਜ਼ਾਈਲ ਪ੍ਰਣਾਲੀ ਆਦਿ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਹੈ। ਰੱਖਿਆ ਮੰਤਰਾਲੇ ਦੇ ਅਧਿਕਾਰੀ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਰੂਸ ਤੋਂ 21 MiG-29 ਅਤੇ 12 ਸੁਖੋਈ 30 MKI ਲੜਾਕੂ ਜਹਾਜ਼ ਖਰੀਦੇ ਜਾ ਰਹੇ ਹਨ। ਰੱਖਿਆ ਮੰਤਰਾਲੇ ਨੇ ਮੌਜੂਦਾ 59 MiG-29 ਲੜਾਕੂ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦੇ ਵੱਖਰੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਹ ਫੈਸਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ DAC ਦੀ ਮੀਟਿੰਗ ਵਿੱਚ ਲੈ ਗਏ। 21 MiG-29 ਲੜਾਕੂ ਜਹਾਜ਼ਾਂ ਦੀ ਖਰੀਦ ਅਤੇ ਮੌਜੂਦਾ MiG-21 ਜਹਾਜ਼ਾਂ ਨੂੰ ਅਪਗ੍ਰੇਡ ਕਰਨ ਤੇ ਅਨੁਮਾਨਿਤ 7,418 ਕਰੋੜ ਰੁਪਏ ਦੀ ਲਾਗਤ ਆਵੇਗੀ, ਜਦਕਿ 12 ਨਵੇਂ ਸੁਖੋਈ 30 MKI ਲੜਾਕੂ ਜਹਾਜ਼ਾਂ ਦੀ ਖਰੀਦ ਤੇ 10,730 ਕਰੋੜ ਰੁਪਏ ਖਰਚੇ ਜਾਣਗੇ। ਰੱਖਿਆ ਸਾਜ਼ੋ ਸਮਾਨ ਦੀ ਖਰੀਦ ਸੰਬੰਧੀ ਕੌਂਸਲ DSC ਵੱਲੋਂ ਲੰਬੀ ਦੂਰੀ ਦੇ ਜ਼ਮੀਨੀ ਹਮਲੇ ਵਾਲੇ ਕਰੂਜ਼ ਮਿਸਾਈਲ ਸਿਸਟਮ ਤੇ ਐਸਟਰਾ ਮਿਸਾਈਲਾਂ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਭਾਰਤੀ ਹਵਾਈ ਸੈਨਾ ਤੇ ਜਲ ਸੈਨਾ ਨੂੰ ਹੋਰ ਤਾਕਤ ਮਿਲੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਤੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ। 18 ਜੂਨ ਨੂੰ ਵੀ ਅਮਿਤ ਸ਼ਾਹ ਵੱਲੋਂ ਇਹਨਾਂ ਤਿੰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ਸੀ, ਜਿਸ ਦੌਰਾਨ ਅਮਿਤ ਸ਼ਾਹ ਨੇ ਦਿੱਲੀ NCR ਖੇਤਰ ਵਿੱਚ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਬਣਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਸ ਵੇਲੇ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 90,000 ਦੇ ਨੇੜੇ ਪਹੁੰਚ ਗਈ ਹੈ, ਜਦਕਿ ਉੱਤਰ ਪ੍ਰਦੇਸ਼ ਵਿੱਚ 24,000 ਅਤੇ ਹਰਿਆਣਾ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15,000 ਤੋਂ ਪਾਰ ਹੋ ਗਈ ਹੈ। कोविड-19 ਮਰੀਜ਼ਾਂ ਦੇ ਇਲਾਜ ਲਈ ਦਿੱਲੀ ਵਿੱਚ ਅੱਜ ਪਹਿਲੇ ਪਲਾਜ਼ਮਾ ਬੈਂਕ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਆਨਲਾਈਨ ਮੀਡੀਆ ਬਰੀਫਿੰਗ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਵਿਡ-19 ਤੋਂ ਠੀਕ ਹੋਏ ਮਰੀਜ਼ ਛੁੱਟੀ ਮਿਲਣ ਦੇ 14 ਦਿਨਾਂ ਬਾਅਦ ਆਪਣਾ ਪਲਾਜ਼ਮਾ ਦਾਨ ਕਰ ਸਕਦੇ ਹਨ।
ਮੁੱਖ ਮੰਤਰੀ ਵੱਲੋਂ 2 ਨੰਬਰ ਵੀ ਜਾਰੀ ਕੀਤੇ ਗਏ ਜਿਨ੍ਹਾਂ ਤੇ ਫੋਨ ਕਰਕੇ ਸਿਹਤਯਾਬ ਹੋਏ ਲੋਕ ਆਪਣਾ ਪਲਾਜ਼ਮਾ ਦਾਨ ਕਰਨ ਲਈ ਸੰਪਰਕ ਕਰ ਸਕਦੇ ਹਨ। ਇਹ ਨੰਬਰ ਹਨ 1031 ਅਤੇ 8800 00 7722। ਨੰਬਰ ਦੁਬਾਰਾ ਨੋਟ ਕਰ ਸਕਦੇ ਹੋ ਜੀ, 1031 88 00 00 7722। दिल्ली सरकार ने इंस्टीट्यूट ऑफ लिवर एंड बिलियरी साइंसिस संस्थान विखे प्लाज्मा बैंक स्थापित किया है। मुख्य मंत्री ने उम्मीद जाहिर की थी कि प्लाज्मा थेरापी नाल कोरोना वायरस नाल होने वाली मौत का घटन किया। उन्होंने आख्या कि कोविड-19 तो ठीक हुए 18 तो 60 साल के अजिहे व्यक्ति जिन्हों का भार 50 किलो तो घट नहीं है वो अपना प्लाज्मा दान कर सकते हैं। प्लाज्मा थेरापी में कोरोना तो सेहतयाब हुए व्यक्ति के खून चों एंटीबॉडीज लैके कोरोना पीड़ित मरीजों में भराई जाती हैं, जिस नाल मरीज की रोग नाल लड़न की ताकत वधदी है तो मरीज को कोविड-19 की गंभीर स्थिति चों बाहर लिया जा सकता है। मनुखी वसीलियां के विकास बारे केंद्रीय मंत्री रमेश पोखरियाल निशंक ने कहा कि कोविड-19 के बढ़ते मामले संबंधी चिंतावां दरमियान नीट और जेई दी परीक्षावां करवाउण संबंधी स्थिति की समीक्षा लई एक कमेटी का गठन किया गया है। जिक्रयोग है कि मैडिकल ते इंजीनियरिंग दीयां इन्हां दाखला परीक्षावां जुलाई महीने में करवाउण संबंधी मापियां ते विद्यार्थियों वालों चिंतावां जाहिर कीतियां जा रही सन। पोखरियाल ने कहा कि मौजूदा हालात के मद्देनज़र और विद्यार्थियों ते मापियां दीयां बेनतियों नूं ध्यान विच रखदिआं सरकार वालों नैशनल टैसटिंग एजेंसी के अधिकारियों और होर माहरां ते आधारित कमेटी नूं स्थिति की समीक्षा लई कहा गया और यह कमेटी कल तक अपनी सिफारिश दे देवेगी। जिक्रयोग है कि मैडिकल की दाखला परीक्षा नीट 26 जुलाई नूं जबकि इंजीनियरिंग की दाखला परीक्षा जेई 18 तो 23 जुलाई तक निर्धारित की गई सी। CBSE ने पिछले हफ्ते 1 तो 15 जुलाई तक होने वाली बोर्ड दी परीक्षावां रद्द कर दित्तियां सन। केंद्र सरकार ने सुप्रीम कोर्ट नूं दस्सिया कि उस वालों तबलीगी जमात दी गतिविधियों में शामिल होने के दोषों तहत वक्-वक् केसां के आधार पर व्यक्तिगत तौर पर तबलीगियां का वीज़ा रद्द करन ते तबलीगी जमात नाल संबंधित कोई 2500 विदेशी नागरिकों नूं ब्लैकलिस्ट करने बारे हुक्म जारी किए गए हैं। प्राप्त सूचना अनुसार विदेशी तबलीगी जमात के मैंबरों विरुद्ध वक्-वक् 11 सूबों वालों 205 FIR दर्ज की गई हैं तो हुण तक अजिहे कोई 2765 विदेशियों को ब्लैकलिस्ट किया जा चुका है, जबकि 2679 विदेशी तबलीगियां के वीज़ा रद्द किए गए हैं, जिन्होंने 9 OCI कार्ड धारक भी शामिल हैं। केंद्र की तरफों सर्वोच्च अदालत में पेश हुए सॉलीसीटर जनरल तुषार मेहता ने अदालत में यह भी दस्सिया कि केंद्र ने तबलीगी जमात के मैंबरों विरुद्ध 1906 लुकआउट सर्कुलर भी जारी किए हैं और इन्होंने 227 तबलीगी लुकआउट सर्कुलर जारी होने तो या ब्लैकलिस्ट किए जाने तो पहला भारत चले गए सन। जस्टिस AM खानविलकर, जस्टिस दिनेश माहेश्वरी और जस्टिस संजीव खन्ना के अदालत बेंच ने अगली सुनवाई लिए मामला 10 जुलाई ते पा दिता है। बेंच ने पैटिशनरां नूं केंद्र के जवाब ते रिजॉइंडर एफिडेविट दायर करने लई अते निष्कासन संबंधी योग अथॉरिटी अगे अपनी अर्जी देने लई भी आख्या है। जिक्रयोग है कि 34 व्यक्तियों वालों 4 पटिशनां दायर करके केंद्र वालों 2 अप्रैल और 4 जून को जारी किए गए हुक्म को चुनौती दी गई सी, जिन्हां मुताबिक कोई 25,000 विदेशी नागरिकों को ब्लैकलिस्ट किया गया सी। केंद्रीय गृह मंत्रालय ने पंजाब में अतवादी गतिविधियों को शह देने और खालिस्तान की मंग को लैके लोगों को उकसाउण के दोष हेठ 9 व्यक्तियों को अतवादी ऐलान किया है। इन्होंने बब्बर खालसा इंटरनैशनल के मुखी वदावा सिंह बब्बर, अतवादी संगठन इंटरनैशनल सिख यूथ फैडरेशन के आगू लखबीर सिंह, खालिस्तान जिंदाबाद फोर्स के रणजीत सिंह, अमरीका में रहिंदी पाबंदीशुदा जत्थेबंदी सिक्स फॉर जस्टिस के गुरपतवंत सिंह पन्नू, बब्बर खालसा इंटरनैशनल के मुखी परमजीत सिंह, खालिस्तान टाइगर फोर्स के मुखी हरदीप सिंह निज्जर, खालिस्तान जिंदाबाद फोर्स के भुपिंदर सिंह पिंदा ते गुरमीत सिंह बगा शामिल हैं। अतवादी ऐलाने गए इन्होंने बहुते ISI की हमायत पाकिस्तान में दसे जाते हैं। रैफरेंडम 2020 में शह देने वाला गुरपतवंत सिंह पन्नू अमरीका में है, परमजीत सिंह UK, निज्जर कैनेडा और पिंदा जर्मनी में दसे जाते हैं। इन्होंने सारे विरुद्ध यह कार्रवाई गैर कानूनी गतिविधियां रोकण संबंधी कानून दीयां वक्-वक् धारावां तहत की गई है। केंद्रीय फूड प्रोसैसिंग मंत्री हरसिमरत कौर बादल ने पंजाब सरकार और केंद्र वालों जारी किए गए 3 खेती ऑर्डीनेंसां नूं लैके लोकां नूं गुमराह करन दा इल्जाम लगाया है।
ਅੱਜ ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਨਿਜ਼ਾਮ ਖਤਮ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਕੇਂਦਰ ਵੱਲੋਂ ਲਿਆਂਦੇ ਗਏ ਇਹਨਾਂ ਆਰਡੀਨੈਂਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਤੇ ਇਹ ਆਰਡੀਨੈਂਸ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਟੀਚੇ ਦੀ ਦਿਸ਼ਾ ਵੱਲ ਵੱਡਾ ਕਦਮ ਸਾਬਤ ਹੋਣਗੇ। ਬਿਲਕੁਲ ਬੜੇ ਦੁੱਖ ਦੀ ਗੱਲ ਹੈ ਕਿ ਕੱਲ ਵੀ ਕਿਸਾਨ ਯੂਨੀਅਨ ਜਦ ਕੈਪਟਨ ਸਾਹਿਬ ਦੇ ਨਾਲ ਮੁਲਾਕਾਤ ਕੀਤੀ, ਮੈਂ ਤਾਂ ਆਸ ਕਰਦੀ ਸੀ ਕਿ ਇਸ ਕਿਸਾਨ ਦੀ ਗੱਲ ਚੱਕੀ ਜਾਂਦੀ, ਕਰਜ਼ਾ ਕੁੜਕੀ ਮਾਫ ਦੀ ਗੱਲ ਚੱਕੀ ਜਾਂਦੀ ਤੇ ਜਿਹੜਾ ਕੇਂਦਰ ਤੋਂ ਰਾਸ਼ਨ ਭੇਜਿਆ ਗਿਆ ਗਰੀਬਾਂ ਵਾਸਤੇ ਉਹਦੀ ਗੱਲ ਚੱਕੀ ਜਾਂਦੀ, ਲੇਕਿਨ ਇਹਨਾਂ ਵਿੱਚੋਂ ਕੋਈ ਵੀ ਗੱਲ ਨਹੀਂ ਚੱਕੀ ਗਈ। ਇੰਨੀ ਵੱਡੀ ਕੁਰਬਾਨੀ ਬੰਦੇ ਨੇ ਦਿੱਤੀ ਸੁਨਾਮ ਤੋਂ ਆ ਕੇ ਕਿ ਗੁਰੂ ਨਾਨਕ ਸਾਹਿਬ ਦੇ ਨਾਂ 'ਚ ਜਿਹੜੇ ਥਰਮਲ ਹੈ, ਜਿਹੜੀ ਸ਼ਾਨ ਸਾਡੇ ਇਲਾਕੇ ਦੀ ਹੈ, ਉਹਨੂੰ ਇੱਕ ਤੋੜਨ ਦੀ ਗੱਲ ਕਰਦੇ ਨੇ, ਲੇਕਿਨ ਕਿਸਾਨ ਯੂਨੀਅਨ ਨੇ ਕੋਈ ਗੱਲ ਨਹੀਂ ਚੱਕੀ। ਅਸੀਂ ਬਿਲਕੁਲ ਸਾਡੀ ਪਾਰਟੀ ਨੇ ਜਾ ਕੇ ਕੱਲ ਉਹਨਾਂ ਦਾ ਹਾਲ ਚਾਲ ਵੀ ਪਤਾ ਕੀਤਾ, ਜੋ ਉਹਨਾਂ ਦੇ ਪਰਿਵਾਰ ਵਾਸਤੇ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਆਪਾਂ ਕਰਾਂਗੇ। ਬਲਕਿ ਮੈਂ ਤਾਂ ਆ ਵੀ ਕਹਾਂਗੀ ਕਿ ਜੇ ਕੁਝ ਇਸ ਥਰਮਲ ਨੂੰ ਢਾਉਣ ਦੀ ਕੋਈ ਕਾਰਵਾਈ ਇਹਨਾਂ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਸੰਘਰਸ਼ ਕਰੂਗੀ। ਅੱਜ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ, ਇੰਡਸਟਰੀ ਲੈ ਕੇ ਆਣਗੇ। ਮੈਨੂੰ ਦੱਸਦੇ 3.5 ਸਾਲਾਂ 'ਚ ਇੱਕ ਕਿਹੜੀ ਇੰਡਸਟਰੀ ਲੈ ਕੇ ਆਏ ਨੇ ਜਿਹੜਾ 1.5 ਸਾਲ 'ਚ ਲਿਆਂਗੇ। ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਬਾਰੇ ਪੁੱਛੇ ਗਏ ਸਵਾਲ ਤੇ ਹਰਸਿਮਰਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਟੈਕਸ ਵਿੱਚ 10 ਰੁਪਏ ਦੀ ਕਟੌਤੀ ਕਰਨੀ ਚਾਹੀਦੀ ਹੈ। ਬਠਿੰਡਾ ਵਿਚਲੇ ਗੁਰੂ ਨਾਨਕ ਦੇਵ ਤਾਪ ਬਿਜਲੀ ਘਰ ਨੂੰ ਟਾਏ ਜਾਣ ਦੇ ਰੋਸ ਵਜੋਂ ਬੀਤੇ ਦਿਨ ਕਿਸਾਨ ਦੇ ਥਰਮਲ ਪਲਾਂਟ ਅੱਗੇ ਖੁਦਕੁਸ਼ੀ ਕਰ ਲਈ ਸੀ, ਜਿਸ ਦੀ ਮੌਤ ਤੇ ਬਾਦਲ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਥਰਮਲ ਪਲਾਂਟ ਬਠਿੰਡਾ ਦੀ ਸ਼ਾਨ ਹੈ ਤੇ ਅਕਾਲੀ ਦਲ ਇਸ ਨੂੰ ਢਾਉਣ ਦੇ ਖਿਲਾਫ ਹੈ। उधर भाजपा के सीनियर आगू और साबका मंत्री मनोरंजन कालिया ने कहा कि केंद्र सरकार वालों 5 जून को जारी किए गए 3 ऑर्डीनेंस किसानों के हित लिए लियाए गए सन, जिन्हां राही किसानों को वड्डे लाभ देने की कोशिश की गई है। किसान और व्यापारी फसल को वेचण ते खरीदण लई पूरी तरह आज़ाद होण, जिस नाल किसानों को फसल की चंगी कीमत मिल सके, कुशल पारदर्शी ते सुचारू अंतरराजी व्यापार को उत्साहित किया जा सके और किसानों ते व्यापारियों लई इलैक्ट्रॉनिक ट्रेडिंग का ढांचा तैयार किया जा सके, जिस करके केंद्र वालों ये ऑर्डीनेंस जारी किए गए हैं। मनोरंजन कालिया ने अमृतसर में एक प्रैस कॉन्फ्रेंस दौरान कहा कि केंद्रीय खेतीबाड़ी ते किसान भलाई मंत्री नरेंद्र सिंह तोमर पहला ही गल स्पष्ट कर चुके हैं कि फसलों के घट्टो घट्ट समर्थन मुल देने की नीति जारी रहेगी तो ऑर्डीनेंस का MSP नाल कोई लैण देन नहीं, जिस मगरों इन्हां ऑर्डीनेंसां का कांग्रेस पार्टी वालों विरोध करने का कोई कारण नहीं रह जाता। गुरदासपुर जिले के डिप्टी कमिश्नर मुहम्मद इशफाक ने अज बटाला के ਵੱਖ-ਵੱਖ पिंडों का दौरा करके मनरेगा समेत होर केंद्रीय स्कीमां तहत चल रहे कारजां का जायजा लिया। लॉकडाउन के दिनों दौरान भी पिंडों के गरीब लोगों को उन्होंने घरों नेड़े ही रोज़गार दिता गया, जिस नाल जिथे पिंडों का विकास होया है उत्थे लोगों को रोज़गार भी मिले है। डिप्टी कमिश्नर मुहम्मद इशफाक ने दस्सिया कि उन्होंने दे दौरे का मकसद लोगों को केंद्र ते सूबा सरकार वालों चलाईयां जा रही स्कीमां दा पिंडां विच पूरा लाभ मिले, इसका जायजा लेना ते इस नूं यकीनी बनाउणा सी। उन्होंने दस्सिया कि मनरेगा स्कीम तहत पिंडां विच छप्पड़ां दी साफ सफाई ते पिंडां नूं हरियां भरियां बनाउण दे काम शुरू किए जा रहे हैं। उन्होंने दस्सिया कि पिंडां दीआं पंचायतां नूं मनरेगा तहत बूटे लगाउण लई किहा जा रहा तां जो पिंडां नूं प्रदूषण मुक्त किया जा सके अते लोकां नूं वध तों वध रोज़गार मुहैया करवाया जा सके। पिंडां विच गए थे मेरे नाल साडे SDM साहब श्री बलविंदर सिंह जी बटाला तो, तहसीलदार साहब, वाटर सप्लाई डिपार्टमेंट के एक्सीएन, बटाला ब्लॉक के BDO, असीं सारे जॉइंटली होर अफसरां नाल पिंडां जाके मीटिंगां कीतियां ने। असीं 3 पिंडां 'च गए थे। साडा मुख्य मंतव है पिंडां 'च रोज़गार नूं बढ़ावा देना, उहदे लई मनरेगा स्कीम नूं छप्पड़ां दी सफाई ते टॉयलेट का काम मुकम्मल कराउणा है ते पीण वाला पानी दे कनैक्शन। इस तो इलावा पिंड जिहड़े होर लोकां दी तकलीफां ने, अज सवेरे 7 बजे प्रोग्राम रखिया सीगा, 3 पिंडां 'च गए हैं। ਅਸੀਂ ਇਸੇ ਪ੍ਰਕਾਰ ਹਰ ਹਫਤੇ ਉਹਨਾਂ ਪਿੰਡਾਂ ਜਾਵਾਂਗੇ ਜਿੱਥੇ ਕੋਈ ਮੁਸ਼ਕਲਾਂ ਆ ਰਹੀਆਂ ਨੇ ਜਾਂ ਕੋਈ ਡਿਫਿਕਲਟੀਜ਼ ਆ ਰਹੀਆਂ ਨੇ। ਮੇਨ ਮਤਲਬ ਸਾਡਾ ਇਹੀ ਹੈ। ਪਿੰਡ ਵਾਸੀਆਂ ਨੇ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਤੇ ਤਸੱਲੀ ਪ੍ਰਗਟ ਕੀਤੀ ਹੈ। SDM ਸਾਹਿਬ ਆਏ ਸੀ, ਤਹਿਸੀਲਦਾਰ ਸਾਹਿਬ ਆਏ ਸੀਗੇ, ਜੋ ਕਿ ਵੱਖ-ਵੱਖ ਸਕੀਮਾਂ ਬਾਰੇ ਸਾਨੂੰ ਸਮਝਾ ਕੇ ਗਏ ਨੇ। ਨਰੇਗਾ ਬਾਰੇ ਜਾਂ ਬੂਟੇ ਲਾਉਣ ਬਾਰੇ ਆਪਾਂ ਕਿੱਦਾਂ ਜਿਹੜਾ ਲੋਕਾਂ ਨੂੰ ਰੋਜ਼ਗਾਰ ਕਿਵੇਂ ਦੇ ਸਕਦੇ ਹਾਂ, ਵੱਧ ਤੋਂ ਵੱਧ ਅਸੀਂ ਉਹ ਪਾਲਣਾ ਕਰਾਂਗੇ ਜਿਵੇਂ ਸਾਨੂੰ ਸਮਝਾ ਕੇ ਗਏ ਨੇ ਤੇ ਉਹਨਾਂ ਜਿੱਦਾਂ ਸਾਨੂੰ ਦੱਸਿਆ ਉਹਦੇ ਪਾਲਣਾ ਕਰਾਂਗੇ। ਅਸੀਂ ਤੇ ਪਾਣੀ ਦੇ ਕਨੈਕਸ਼ਨਾਂ ਬਾਰੇ ਦੱਸ ਕੇ ਗਏ ਨੇ ਕਿ ਪਾਣੀ ਦੇ ਕਨੈਕਸ਼ਨ ਵੱਧ ਤੋਂ ਵੱਧ ਦਵਾਓ, ਉਹ ਵੀ ਅਸੀਂ ਜਿਹੜੇ ਆ ਪਾਣੀ ਦੇ। देश में हुण भावें पहला वांग लॉकडाउन नहीं है पर मंदी का दौर अजे जारी है। केंद्र सरकार ने प्रधानमंत्री गरीब कल्याण अन्न योजना तहत गरीब परिवारों को दिते जा रहे मुफ्त राशन की स्कीम नूं 5 महीने और अगे वधाउण का फैसला किया, जिससे पंजाब की गरीब जनता काफ़ी खुश है।
ਪ੍ਰਸਾਰ ਭਾਰਤੀ ਦੇ ਨੁਮਾਇੰਦੇ ਨੇ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ BPL ਪਰਿਵਾਰਾਂ ਨਾਲ ਗੱਲਬਾਤ ਕੀਤੀ। BPL ਤੇ APL ਇਹਨਾਂ ਪਰਿਵਾਰਾਂ ਨਾਲ ਸੰਬੰਧਿਤ ਹਰਜੀਤ ਸਿੰਘ, ਸ਼ਿੰਗਾਰਾ ਸਿੰਘ, ਕੁਲਵਿੰਦਰ ਕੌਰ, ਹਰਪਾਲ ਸਿੰਘ, ਮੋਹਨ ਸਿੰਘ ਅਤੇ ਸਤਿਆ ਦੇਵੀ ਆਲਾ ਪਾਤਰੀਆਂ ਨੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜਿਹੜਾ ਸਾਨੂੰ ਪਿਛਲੇ 3 ਮਹੀਨੇ ਦਾ ਰਾਸ਼ਨ ਦਿਆ ਜੀ ਗਵਰਨਮੈਂਟ ਨੇ, ਅਸੀਂ ਉਹਦਾ ਬਹੁਤ ਧੰਨਵਾਦ ਹੈ। ਤੇ ਜਿਹੜਾ ਹੁਣ ਆਰਡਰ ਕੀਤਾ ਹੈ 5 ਮਹੀਨੇ ਦਾ ਹੋਰ ਰਾਸ਼ਨ ਦੇਣ ਦਾ, ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਪਹਿਲਾਂ ਸਾਨੂੰ 30 ਕਿਲੋ ਕਣਕ 3 ਕਿਲੋ ਦਾਲ ਮਿਲੀ ਤੀ। ਅਸੀਂ ਬਹੁਤ ਸਰਕਾਰ ਦਾ ਧੰਨਵਾਦ ਹੈ ਜਿਹੜਾ 5 ਮਹੀਨੇ ਦਾ ਰਾਸ਼ਨ ਫੇਰ ਦੁਬਾਰਾ ਦੇ ਰਹੀ ਹੈ ਜੀ। ਪਹਿਲੇ ਹੀ 3 ਮਹੀਨੇ ਦੀ ਕਣਕ ਮਿਲੀ ਸੀ, 3 ਕਿਲੋ ਦਾਲ ਮਿਲੇ। ਸਰਕਾਰ ਦਾ ਬਹੁਤ ਧੰਨਵਾਦ। ਤੇ ਹੁਣ ਪਤਾ ਲੱਗਿਆ ਦੁਬਾਰਾ ਫੇਰ ਮਿਲਣੀ 5 ਮਹੀਨੇ ਦੀ। ਮੋਦੀ ਸਰਕਾਰ ਦਾ ਬਹੁਤ ਧੰਨਵਾਦ। ਸੋ ਜੀ ਇਸ ਬੁਲੇਟਿਨ ਦੀਆਂ ਖਬਰਾਂ ਹੁਣ ਇਜਾਜ਼ਤ ਚਾਹਾਂਗੇ। ਨਮਸਕਾਰ।